आद निरंजन है गुरु नानक, धार के मूरत है जागे आयो। लोक सुनियो परलोक सुनियो, विद लोक सुनियो सब दर्शन पायो। संगत पार्यो तारन को, गुरु नानक साहिब पंथ चलायो। वाहेगुरु श्री गुरु नानक साहिब, धार के मूरत है जागे आयो। आद करो गुरुदेव को बंदन, वाहेगुरु मुख माहे उचारी। दोए कर जोर करो चरणा पर, जाऊं सदा गुर को बलिहारी। कान सुने उपमा गुर की, गुरमूरत ध्यान हृदय में धारी। वाहिगुरु श्री गुरु नानक साहिब, सेवक शरण गही दरबारी। दंडौत बंदन अनक बार, सर्व कला समरथ। डोलन ते राखो प्रभु, नानक दे कर हथ। ज्ञान अंजन गुर दिया, अज्ञान अंधेर बनास। हर कृपा ते संत भेटिया, नानक मन परवास। गुचरै शास्त्र काट, पिंग गिरन चढ़ जाए। अंध लखै बदरो सुन, जो पाल कृपा कराए। गुरु नानक पुरुषोत्तम, परम परावर नाथ। जुगल चरण मम बंदना, कर कर धर परमाथ। गुरु नानक सुख सिंध को, हाथ जोर प्रणाम। जिस करुणा ते बढ़ियागी, पाव है गत विश्राम। सतनाम श्री वाहिगुरु साहिब जी। गगन गंभीर गगनंतर वास, गुण गावै सुख सहज निवास। गगन गंभीर गगनंतर वास, गुण गावै सुख सहज निवास। गया न आवै आए न जाए, गुर प्रसाद रहै लिव लाए। गगन अगम अनाथ अजोनी, आस्थिर चीत समाध सगुनी। हर नाम चेत फिर पवै न जूनी। गुरमत सार होर नाम बिहूनी। घर दर फिर थाकी बहु तेरे, जात असंख अंत नहीं मेरे। केते मात पिता सोत धीया, केते गुर चेले पुन हुआ। काटे गुर ते मुकत न हुआ, केती नार वार एक संभाल। गुरमुख मरण जीवन प्रभ नाल। दाह दिस ढूड करै मह पाया, मेल पया सतगुरु मिलाया। केती नार वार एक संभाल, गुर
ਗੁਰਮੁਖ ਮਰਨ ਜੀਵਨ ਪ੍ਰਭ ਨਾਲ, ਦਹ ਦਿਸ ਢੂਡ ਕਰੈ ਮਹਿ ਪਾਇਆ, ਮੇਲ ਪਾਇਆ ਸਤਿਗੁਰੂ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਰੰਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹਾਜ਼ਰੀ ਭਰਦੇ ਹੋਏ ਅੰਮ੍ਰਿਤ ਵੇਲੇ ਤੋਂ ਚੱਲ ਰਹੀ ਅਸਥਾਨ ਦੀ ਮਰਜ਼ਾਦਾ ਦੇ ਅਨੁਸਾਰ ਗੁਰੂ ਮਹਾਰਾਜ ਦੇ ਪ੍ਰਕਾਸ਼ ਹੋਏ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਔਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਦੱਖਣੀ ਓਂਕਾਰ ਨਾਮ ਦੀ ਬਾਣੀ ਵਿੱਚੋਂ ਵਿਚਾਰ ਸ਼ਰਵਣ ਕਰਨ ਵਾਸਤੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਹਾਜ਼ਰੀ ਭਰ ਰਹੇ ਹੋ। ਗੁਰੂ ਮਹਾਰਾਜ ਦੀ ਜੋ ਦੱਖਣ ਵਿੱਚ ਗਿਆ ਹੋਇਆ ਪੰਡਿਤ ਲੋਕਾਂ ਦੇ ਨਾਲ ਵਿਚਾਰ ਹੋਈ ਹੈ, ਉਹ ਪੌੜੀਆਂ ਦੇ ਵਿੱਚ ਜੁਦੇ ਜੁਦੇ ਪ੍ਰਸ਼ਨਾਂ ਦੇ ਉੱਤਰਾਂ ਦੇ ਰੂਪ ਵਿੱਚ ਸਾਰੀ ਵਿਚਾਰ ਜਿਹੜੀ ਹੈ ਵਰਣਨ ਕੀਤੀ ਗਈ ਹੈ। ਇਨਸਾਨ ਦੇ ਮਨ ਦੇ ਅੰਦਰ ਕਈ ਤਰ੍ਹਾਂ ਦੇ ਸੰਸ਼ੇ ਵਿਪਰਜੈ ਬੁੱਧ ਪੈਦਾ ਹੁੰਦੀ ਰਹਿੰਦੀ ਹੈ। ਔਰ ਕਈ ਵਾਰੀ ਅਸਲੀਅਤ ਨੂੰ ਨਾ ਸਮਝਣ ਨਾਲ ਉਲਟ ਗੱਲ ਹੀ ਸਮਝ ਕੇ ਬੈਠ ਜਾਂਦਾ ਹੈ। ਜਦੋਂ ਕਿ ਸਿਆਣੇ ਪੁਰਸ਼ਾਂ ਦੀ ਸੰਗਤ ਵਿੱਚ ਬੈਠੇ ਫਿਰ ਪੁੱਛਣ ਦੱਸਣ ਤੋਂ ਉਹ ਮਨ ਦੇ ਵਿੱਚ ਜੋ ਸ਼ੰਕਾ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ। ਸ਼ੰਕੇ ਵਿਰਤੀ ਜਿਹੜੀ ਆ ਉਹ ਕਲੇਸ਼ ਨੂੰ ਪੈਦਾ ਕਰਦੀ ਹੈ। ਜਦੋਂ ਮਨ ਵਿੱਚ ਕੋਈ ਸੰਸਾ ਨਾ ਰਹੇ ਫਿਰ ਮਨ ਦੀ ਵਿਰਤੀ ਸ਼ਾਂਤ ਹੋ ਜਾਂਦੀ ਹੈ। ਸੋ ਇਸ ਵਾਸਤੇ ਜਿਹੜੇ ਸਿਆਣੇ ਮਹਾਂਪੁਰਖ ਆ, ਵਿਦਵਾਨ ਲੋਕ ਹਨ, ਉਹਨਾਂ ਦੀ ਸੰਗਤ ਕਰਨੀ ਜਿਹੜੀ ਹੈ ਉਹ ਅਤੀ ਜ਼ਰੂਰੀ ਕਥਨ ਕੀਤੀ ਹੈ। ਭਾਵੇਂ ਇਹ ਪੰਡਿਤ ਲੋਕ ਬੜੇ ਬੜੇ ਵਿਦਵਾਨ ਵੀ ਹਨ, ਸ਼ਾਸਤਰਾਂ ਦਾ, ਵੇਦਾਂ ਦਾ, ਸਿਮਰਤੀਆਂ ਪੁਰਾਣਾਂ ਦਾ ਉਹਨਾਂ ਨੂੰ ਕਾਫੀ ਬੋਧ ਹੈ। ਲੇਕਿਨ ਜਦੋਂ ਤੱਕ ਆਪਣੇ ਆਤਮਾ ਦਾ ਗਿਆਨ ਨਾ ਹੋਵੇ ਫਿਰ ਵੀ ਕਈ ਤਰ੍ਹਾਂ ਦੇ ਸ਼ੰਕੇ ਜਿਹੜੇ ਆ ਉਹ ਬਣੇ ਰਹਿੰਦੇ ਆ। ਤੇ ਜਦੋਂ ਫਿਰ ਕੋਈ ਇਹੋ ਜਿਹਾ ਪੁਰਸ਼ ਮਿਲ ਜਾਂਦਾ ਹੈ
ਗਿਆਨਵਾਨ ਪਤਵੇਤਾ ਉਹਦੇ ਨਾਲ ਜਦੋਂ ਫਿਰ ਕੋਈ ਵਿਚਾਰ ਗੋਸ਼ਟੀ ਹੁੰਦੀ ਹੈ, ਸਿਆਣੇ ਪੁਰਸ਼ਾਂ ਦੇ ਸਿਆਣੇ ਪ੍ਰਸ਼ਨ ਹੁੰਦੇ ਆ ਅਤੇ ਉੱਤਰ ਵੀ ਸਿਆਣੇ ਹੁੰਦੇ ਆ। ਤੇ ਮੂਰਖ ਲੋਕਾਂ ਦਾ ਹੁੰਦਾ ਬੇਥਬੀਆਂ ਗੱਲਾਂ ਕਰਨੀਆਂ, ਬੇਮਤਲਬੀਆਂ, ਜਿਨ੍ਹਾਂ ਦਾ ਕੋਈ ਮੂਲ ਤੱਤ ਤੇ ਹੁੰਦਾ ਹੀ ਨਹੀਂ। ਐਵੇਂ ਪਾਣੀ ਵਿੱਚ ਮਧਾਣੀ ਹੁੰਦੀ ਹੈ, ਕੱਢਣ ਕਢਾਉਣ ਨੂੰ ਕੁਝ ਨਹੀਂ, ਸਿਰਫ ਆਪਣਾ ਸਮਾਂ ਨਸ਼ਟ ਕਰਨ ਵਾਲੀ ਗੱਲ ਹੁੰਦੀ ਹੈ। ਔਰ ਜਿਹੜੇ ਸਿਆਣੇ ਪੁਰਸ਼ ਆ, ਉਹਨਾਂ ਦੇ ਬਚਨਾਂ ਵਿੱਚ ਬੜੀ ਗੰਭੀਰਤਾ ਹੁੰਦੀ ਹੈ ਔਰ ਗਿਆਨ ਵਿਚਾਰ ਕਿਸੇ ਗੂੜ ਭਾਵ ਦੇ ਨਾਲ ਉਹ ਭਰੇ ਹੁੰਦੇ ਆ। ਉਹ ਜਿਹੜੇ ਬਚਨ ਆ ਉਸ ਸਮੇਂ ਵਿੱਚ ਵੀ, ਆਉਣ ਵਾਲੇ ਸਮੇਂ ਵਿੱਚ ਵੀ ਬੜੇ ਲਾਭਦਾਈ ਹੁੰਦੇ ਆ। ਪੁਰਾਣੇ ਸ਼ਾਸਤਰ ਪੜ੍ਹੀਏ, ਸਦੀਆਂ ਬੀਤ ਗਈਆਂ, ਯੁੱਗ ਬੀਤ ਗਏ, ਔਰ ਉਹਨਾਂ ਬਚਨਾਂ ਦੇ ਸਿਆਣੇ ਪੁਰਸ਼ ਅੱਜ ਵੀ ਕਦਰ ਕਰਦੇ ਹਨ। ਇਸ ਤਰ੍ਹਾਂ ਬਾਣੀ ਹੈ, ਕਿਤਨਾ ਸਮਾਂ ਗੁਜ਼ਰ ਗਿਆ ਹੈ, ਬਾਣੀ ਵਿਚਾਰਨ ਤੋਂ ਜਿਹੜੇ ਵਿਚਾਰਵਾਨ ਉਹਨਾਂ ਨੂੰ ਤੇ ਬਹੁਤ ਕੁਝ ਮਿਲਦਾ ਹੈ। ਜੇ ਹੁਣ ਅਗਨ ਭੇਟ ਕਰ ਦਈਏ, ਰਾਖ ਤੋਂ ਸਿਵਾ ਕੁਝ ਵੀ ਨਹੀਂ ਮਿਲੇਗਾ। ਤੇ ਜੇ ਵਿਚਾਰ ਕਰੀਏ, ਫਿਰ ਅੱਖਰ ਮੈਂ ਤਿਰ ਭਵਨ ਪਰ ਉਤਾਰੇ, ਅੱਖਰ ਕਰ ਕਰ ਵੇਦ ਵਿਚਾਰੇ, ਇਹ ਤਾਂ ਬਹੁਤ ਕੁਝ ਹੈ। ਇਸ ਤਰ੍ਹਾਂ ਜਿਹੜੇ ਮੂਰਖ ਆ, ਉਹਨਾਂ ਦਾ ਤਾਂ ਇੰਨਾ ਕੀ ਹੈ, ਭਾਵੇਂ ਕਿੰਨੀ ਕੋਈ ਕੀਮਤੀ ਵਸਤੂ ਆ, ਉਹਨੂੰ ਤੇਲ ਲਾ ਦੇਣਗੇ, ਅਗਨ ਭੇਟ ਕਰ ਦੇਣਗੇ। ਮੱਤ ਇੰਨੀ ਕਹੀ ਹੈ। ਪਰ ਜਿਹੜੇ ਸਿਆਣੇ ਪੁਰਸ਼ ਆ, ਉਹ ਜਿਹੜੇ ਮਹਾਂਪੁਰਖਾਂ ਦੇ ਬੋਲੇ ਹੋਏ ਬਚਨ ਹੈ, ਉਹਨਾਂ ਦਾ ਸਤਿਕਾਰ ਪਿਆਰ ਵੀ ਕਰਦੇ ਆ। ਉਸ ਵਿਚਾਰ ਵਿੱਚੋਂ ਪ੍ਰਾਪਤੀ ਵੀ ਬੜੀ ਹੁੰਦੀ ਹੈ। ਬਾਣੀ ਮਹਾਰਾਜ ਨੇ ਕਿਰਪਾ ਕੀਤੀ ਹੈ। ਪਾਠੀ ਸਿੰਘ ਸਿਰਫ ਪਾਠ ਪੜ੍ਹਦੇ ਆ, ਸਿਆਣੇ ਪਾਠੀਆਂ ਦਾ ਵੀ ਸਤਿਕਾਰ ਕਾਫੀ ਕਰਦੇ ਆ। ਸਿਰ ਬਾਣੀ ਪੜ੍ਹੀ ਹੈ ਸੁਣਨ ਤੋਂ। ਰਾਗੀ ਲੋਕ ਹੈ, ਕੀਰਤਨ ਕਰਦੇ ਆ, ਬਾਣੀ ਉਹਨਾਂ ਨੇ ਬਣਾਈ ਤੇ ਹੈ ਨਹੀਂ, ਪਾਉਂਦੇ ਆ। ਰਾਗੀਆਂ ਦਾ ਵੀ ਲੋਕ ਬਹੁਤ ਸਤਿਕਾਰ ਕਰਦੇ ਆ। ਗਿਆਨੀ ਲੋਕ ਹੈ, ਅਰਥ ਵਿਚਾਰ ਕਰਦੇ ਆ, ਜਿੰਨੀ ਜਿੰਨੀ ਮੱਤ ਹੈ, ਫਿਰ ਵੀ ਲੋਕ ਇੰਨਾ ਸਤਿਕਾਰ ਕਰਦੇ ਆ। ਤੇ ਜਿਹੜਾ ਇਹਦੇ ਅਸਲੀ ਭਾਵ ਨੂੰ ਸਮਝ ਕੇ ਜੋ ਬਾਣੀ ਜਾਂ ਬਾਣੀ ਦਾ ਕਰਤਾ ਕਹਿ ਰਿਹਾ, ਜਿਸ ਨੇ ਉਹਦੇ ਅਨੁਕੂਲ ਜੀਵਨ ਬਣਾ ਲਿਆ ਕਿ ਹਰ ਕਾ ਸੇਵਕ ਹਰਿ ਹੀ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ, ਉਹਦਾ ਕਿੰਨਾ ਸਤਿਕਾਰ। ਉਹਨਾਂ ਗੁਰਸਿੱਖਾਂ ਦਾ ਵੀ ਲੋਕ ਗੁਰੂਆਂ ਵਾਂਗੂ ਸਤਿਕਾਰ ਕਰਦੇ। ਗੁਰੂ ਨਾਨਕ ਸਾਹਿਬ ਦੇ ਘਰ ਬਾਬਾ ਬੁੱਢਾ ਸਾਹਿਬ ਦਾ ਥੋੜ੍ਹਾ ਸਤਿਕਾਰ ਹੈ।
भाई मनी सिंह जी है, बाबा दीप सिंह जी, किन्नियां सत्कारयोग शख्सियतां ने। इस तरह होर भी बेअंत गुरसिख महापुरख है गए जिन्हें बाणी के अनुकूल जीवन बना लिया। तो जिहड़े मूर्ख से उन्हें तो कोई खट्टी खट्टी नहीं ना। पत्रे पाड़ दिते, अगन भेंट करता, उन्होंने सिर लानत ते सुआह पैंदी है, होर तो कुछ नहीं। पर जिन्होंने सत्कार किया, प्यार किया, ये अनुसार जीवन ढालिया, किस तरह दुनिया उन्होंने लोगों का प्यार सत्कार करती है। उन्हें पुरुष बड़े सियाने हैं, पढ़े लिखे है, विद्वान हैं, उन्होंने नाल विचार चलती है। तो गुरु महाराज क्योंकि सियाणियां ने विचार करके आनंद भी बहुत आता। बचना विच बड़ा भाव छुपिया हुंदा, लहजा हुंदा है। मूर्खां नाल गल्लां करके वाद विवाद झगड़ा बेरसी पैदा होएगी। सियाणे पुरुषां नाल बचन करके वैसे भी बड़ा आनंद आता। कोई नवी सिक्ख्या, नवे विचार मिल जाते हैं। गुरु महाराज ते आप करन कारण ही है, उन्हों का दर्शन ही दुर्लभ है। उन्हों की संगत विच बैठना, उन्होंने दर्शन दीदार करने, उन्होंने मखार बिंद तो पवित्र वचन सरवण करने और विचार सुन के उन्होंने वचनों विच आके उन्होंने कृपा के पात्र बनना, तो बहुत बड़ा पुण्य कर्म होवे फिर है। पहली गल तो दर्शन ही नहीं होंदे। तो हरखवाल वाले महापुरुषों कोई प्रेमी कहता महाराज, कोई पूर्ण महापुरखों के दर्शन संगत संत कहते तू हाले इं करया कर, 5 श्री जपजी साहब रोज पढ़िया कर, समा आ जाएगा तैनू फिर महापुरुष आपे ही आके मिल पणगे। पहला तू बाणी पढ़ के अपने हिरदे को साफ सुथरा बना ला। कपड़ा साफ होएगा, ललारी को ले जावांगे ना, तो रंग सोहना चढ़ जाएगा। जे पहले ही ले आके उत्थे वो ही रात दईए, हुण भी चक के परे मारना, इनू रंग चढ़ाउण लिया। इस करके सेवा कर करके बाणी पढ़ पढ़ के जदों हिरदा शुद्ध हो जाएगा ना, परमेश्वर बड़ा बेअंत है, वो फिर कोई ना कोई विधि बनाए देंदे है, वो सब कुछ जानते हैं। हुण ये कित्थे दखण ओंकार दे नाम ते वो मंदिर बनिया है, ओंकारेश्वर। उत्थे दे वो पुजारी है, पढ़े लिखे भी बड़े हैं, सियाणे हैं, तो उन्हों का कर्म जाग पिया। महाराज विचरते उत्थे चले गए, संगत मिल गई, उन्हें भी प्यार बहुत दिखाया, क्योंकि जिथे प्रेम होवे उत्थे फिर महापुरख बह भी जाते हैं।
तो जे हो जाए वो फिर अगे चले जाता है। इस करके फिर उन्होंने विचार वटांदरा शुरू हो गया। तो विचार करद्या देख लो ये बाणी दियां किन्नियां ही पौड़ियां उन्होंने निमित जान के सारियां दे भले लई किरपा कर गए। क्योंकि ये जिहड़ा अमृत है अमृत ही है ना। तो जदों उन्हों की किरपा हो जाए वो फिर निमित किहदे बनिया लाभ किन्ने ले लेंदे आ। पहलां तां पंजां प्यारियां दा ही निमित बनिया ना अमृत का। तो फिर अज तो हुण किन्नियां संगतां लाभ लई जांदियां। उदों दा सीस भेट उन्होंने कीते सी ना, वो साडे ते भी किरपा कर गए कि उन्हां दी कुरबानी किरपा नाल होर भी किन्ने जगियासुआं नूं ये बख्शिश मिली जाती है जिहड़ा शरधा धार के आउंदा है। हुण विसाखी दा पुरब आ रहा, खालसे दी सिरजना दा दिवस। किन्नियां सदियां बीत गईयां, कईयां दी भावना यही हुंदी भी इसे दिन ते ही अमृत छकना। ते महाराज पंजां प्यारियां द्वारा श्री गुरु ग्रंथ साहिब महाराज चरणों च किरपा कर दिंदे हैं। निमित भाई दया सिंह जी द्वारा बनिया ना पंजां प्यारियां द्वारा। इस तरह बाणी उन्हां पंडियां दे निमित द्वारा सानू भी मिली है। तो जे आपां उन्हां वाली जिग्यासा धार लवांगे उन्हां पंडितां वाली कि असीं भी किरपा दे पात्र बन जावांगे। क्योंकि उन्होंने महाराज के उत्ते कितनी श्रद्धा बनाई तो महाराज भी मौज ना लगे रहे। किन्नियां पौड़ियां चारियां ये अर्थ कर महाराज सुनाते हैं और किन्ना चिर उन्होंने उन्होंने प्यार दे बधे रहे। अज इस अमृत विचों ये अमृत के घुट सानू भी मिल रहे हैं। ये बाणी रूपी अमृत आओ प्यार दे नाल इस रस नूं लैण वास्ते मन बिरती नूं एकागर करते हुए रसना की पवित्रता लई गज वज के बोलो सतनाम श्री वाहिगुरू। सतनाम श्री वाहिगुरु साहिब जी। गगन गंभीर गगन अंतर वास। गगन नाम है आकाश का। आकाश का दृष्टान देने का मतलब वो परमात्मा जिमें आकाश हर थां व्यापक नज़र आ रहा है तो एक पंजां तत्तां जो तत्त है आकाश वायु अग्नि है जल ते धरती। ये पंज तत्त है। पंज इन्हां दे सूक्ष्म विषय है। आकाश तो शब्द है, हवा तो स्पर्श है, अग तो रूप है, पानी तो रस है, धरती तो गंध है।
ये पंजां तत्तां दे शरीर बने, उन्हां 'च पंजे ही भाव वरतते रहंदे हैं। क्योंकि जिहड़ी चीज़ तो बनी हुंदी है ਉਹਦਾ अपने मूल दे नाल संबंध जुड़िया हुंदा है। सो इस वास्ते वो जिहड़ा परमात्मा गगन आकाश वांगू व्यापक स्वरूप है और उसकी गमता था पानी भी बड़ी औखी है। उसकी गंभीरता डूंघाई का भी अंत लेना बड़ा औखा है। समुद्रां दा ते दस दिंदे आ कि इन्ना क डूंघा है, किते वध है किते घट है, पर वो जिहड़ा परमात्मा ਉਹਦੇ बारे दसना बड़ा कठिन है। आकाश वांग व्यापक है ते व्यापक स्वरूप होने करके जीवां दे हिरदियां रूपी आकाश दे अंदर भी उसने निवास लिया होया है। कोई हिरदा ऐसा तो है नहीं जिहदे अंदर उसकी चेतन सत्ता जिहड़ी है काम नहीं करती, क्योंकि हर एक दे अंदर उसका अपना निवास है। साडे जन्म तो पहला भी वो शक्ति ज्यों की त्यों अटल है। जदों सानू शरीर मिले उस वेले भी, जदों असीं शरीर करके नहीं रहांगे वो शक्ति फिर भी उमें किमें व्यापक स्वरूप है। जिहड़ी परछिन चीज़ हुंदी है वो किते हो जाती है किते नहीं हुंदी, उसदा तोल बोल भी हुंदा है। जिहड़ी व्यापक शक्ति है वो एक रस परिपूर्ण हुंदी है। इस करके महाराज कहते हे पंडितो, वो जिहड़ा परमेश्वर है वो आकाश वांग व्यापक है और सारिया जगह विच सारियां दे हिरदे विच उस परमात्मा का निवास है। गुण गावै सुख सहज निवास, जिहड़े उहदे गुण गाउंदे हन उन्हां दे मन की मैल उतर जाती है। हिरदे अंदर आत्मा का प्रकाश होना सहज सुते सिद्ध ही सुखां का निवास हो जाता है। उत्थे जाके फिर कोई दुख नहीं रहता, क्योंकि आम बंदा शरीर इंद्रियां मन बुद्धि के तल पे है। वो जिहड़े लोग आ उन्हां दा सीधा ही आत्मा नाल कनैक्शन जुड़ जाता। आत्मा जिहड़ी है वो जम्मण मर तो भी रहत है, भुख प्यास तो भी रहत है, हर्क शोक तो भी रहत है, मान अपमान तो भी रहत है। तो जदों फिर व्यक्ति अनात्माकार चीज़ों तो उठ के आत्माकार हो गई, फिर उन्होंने अंदर सहज आ जाता है, शांति आ जाती है, विचार आ जाती है, सहनशीलता के गुण आ जाते हैं। उन्हों का फिर रूहानी सुख जिहड़ा परमात्मा के मिलाप का
ਉਹਦੇ ਵਿੱਚ ਉਹਨਾਂ ਦਾ ਨਿਵਾਸ ਹੋ ਜਾਂਦਾ ਹੈ। ਦੇਖਣ ਵਾਲਾ ਬੰਦਾ ਕਿ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਖੋਪਰੀ ਲਈ ਹੈ, ਬੜਾ ਦੁੱਖ ਪ੍ਰਤੀਤ ਕਰੇਗਾ ਦੇਖਣ ਵਾਲਾ ਹੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਦਾ ਬੰਦ-ਬੰਦ ਘੱਟ ਹੋ ਰਿਹਾ ਹੈ। ਭਾਈ ਸਾਹਿਬ ਭਾਈ ਸ਼ਵੇਗ ਸਿੰਘ ਸੁਭਾਸ਼ ਸਿੰਘ ਚਰਖੜੀਆਂ ਦੇ ਤੂੰਬੇ ਹੋ ਰਹੇ ਹੈ। ਪਰ ਉਸ ਆਤਮਿਕ ਮੰਡਲ ਵਿੱਚ ਪਹੁੰਚੇ ਹੋਏ ਮਹਾਂਪੁਰਖ ਹੈ ਉਹ ਗੁਰਸਿੱਖ, ਜਿੱਥੇ ਉਹਨਾਂ ਦੀ ਅਵਸਥਾ ਹੈ ਉੱਥੇ ਜਿੰਨੇ ਬਕਾਰ ਦੱਸੇ ਇਹ ਨਹੀਂ, ਨਾ ਜਨਮਿਆ ਨਾ ਮਰਨਿਆ, ਨਾ ਹਰਖ ਨਾ ਸ਼ੋਕ, ਨਾ ਭੁੱਖ ਪਿਆਸ, ਨਾ ਮਾਨ ਅਪਮਾਨ, ਕੋਈ ਦਵੰਦਾਵਾਦ ਹੈ ਹੀ। ਕਿ ਜੇ ਐਸਾ ਹੁੰਦਾ ਫਿਰ ਉਹ ਧਰਮ ਤੋਂ ਡੋਲ ਸਕਦੇ ਸੀ। ਕਿਸੇ ਲਾਲਚ ਵਿੱਚ ਆ ਕੇ ਅਧਰਮੀ ਬਣ ਜਾਂਦੇ, ਲੇਕਿਨ ਉਹ ਇਹਨਾਂ ਭਾਵਾਂ ਤੋਂ ਉੱਪਰ ਉੱਠ ਕੇ ਨਿਰਵਕਾਰ ਰੂਪੀ ਜਿਹੜਾ ਪਰਮੇਸ਼ਰ ਜੋਤ ਪ੍ਰਕਾਸ਼ ਰੂਪ ਉਹਦੇ ਵਿੱਚ ਅਭੇਦ ਅਵਸਥਾ ਦੇ ਮਾਲਕ ਜੀਵਨ ਮੁਕਤੀ ਦਾ ਆਨੰਦ ਲੈ ਰਹੇ ਸੀ। ਔਰ ਸਰੀਰ ਤਿਆਗਣ ਤੋਂ ਬਾਅਦ ਉਹ ਵਧੇ ਅਵਸਥਾ ਵਿੱਚ ਉਹਦੇ ਵਿੱਚ ਲਵਲੀਨ ਹੋ ਗਏ। ਇਹ ਗੁਰੂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਐਸੀਆਂ ਅਵਸਥਾ ਨਹੀਂ ਮਿਲਦੀਆਂ। ਜਨਮ ਜਨਮਾਂਤਰਾਂ ਦੀ ਕਮਾਈ ਹੁੰਦੀ ਹੈ, ਗੁਰੂ ਦੀ ਕਿਰਪਾ ਦੇ ਉਹ ਪਾਤਰ ਬਣਦੇ ਆ। ਇਸ ਕਰਕੇ ਉਹਨਾਂ ਦਾ ਉਸ ਸੁੱਖ ਦੇ ਵਿੱਚ ਨਿਵਾਸ ਹੋ ਜਾਂਦਾ ਜਿੱਥੇ ਦੁੱਖ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ ਹੈ। ਗਗਨ ਗੰਭੀਰ ਗਗਨੰਤਰ ਵਾਸ, ਗਗਨ ਆਕਾਸ਼ ਵਾਂਗੂ ਵਿਆਪਕ, ਬੜਾ ਗੰਭੀਰ ਹਿਰਦਾ ਹੈ, ਅਡੋਲ, ਜਿਹੜਾ ਸਾਰੇ ਆਕਾਸ਼ ਆਦਿਕਾਂ ਦਾ ਮਾਲਕ ਪਰਮੇਸ਼ਰ, ਉਹਦੇ ਅੰਦਰ ਉਹਨਾਂ ਦਾ ਨਿਵਾਸ ਹੋ ਜਾਂਦਾ ਹੈ। ਗੁਣ ਗਾਵੇ ਸੁਖ ਸਹਜ ਨਿਵਾਸ, ਗੁਣ ਗਾਉਂਦਿਆਂ ਇੰਨੇ ਆਤਮਿਕ ਮੰਡਲ ਵਿੱਚ ਉੱਚੇ ਉੱਠ ਗਏ, ਸਹਿਜ ਅਵਸਥਾ ਨੂੰ ਪ੍ਰਾਪਤ ਕਰਕੇ ਉਹਨਾਂ ਦਾ ਉਸ ਮਾਲਕ ਦੇ ਚਰਨਾਂ ਵਿੱਚ ਨਿਵਾਸ ਹੋ ਜਾਂਦਾ ਹੈ। ਗਿਆ ਨਾ ਆਵੇ ਆਏ ਨਾ ਜਾਏ, ਨਾ ਉਹ ਆਉਂਦੇ ਆ ਨਾ ਜਾਂਦੇ ਆ। ਭਾਵ ਜੰਮਣ ਮਰਨ ਤੋਂ ਰਹਿਤ ਉਹਨਾਂ ਦੀ ਅਵਸਥਾ ਹੋ ਜਾਂਦੀ ਹੈ। ਜੰਮਣ ਮਰਨ ਤਿੰਨ ਕੋ, ਉਹਨਾਂ ਦਾ ਜਨਮ ਮਰਨ ਤਾਂ ਹੈ ਹੀ ਨਹੀਂ। ਜੇ ਸੰਸਾਰ 'ਤੇ ਆਉਂਦੇ ਵੀ ਹੈ, ਪਰਮਾਤਮਾ ਵੱਲੋਂ ਦੁਨੀਆ ਦਾ ਭਲਾ ਕਰਨ ਲਈ ਭੇਜਿਆ। ਇਸ ਕਰਕੇ ਨਾ ਉਹ ਗਏ ਆ ਨਾ ਆਏ ਆ। ਕਿਉਂ ਆਉਣਾ ਜਾਣਾ ਤਾਂ ਸਰੀਰ ਦਾ ਹੀ ਆ ਨਾ, ਜੰਮਣ ਮਰਨਾ। ਜੰਮਣ ਮਰਨਾ ਸਰੀਰ ਦਾ ਹਰਕ ਸ਼ੋਕ ਮਨ ਦਾ ਹੈ। ਭੁੱਖ ਪਿਆਸ ਪੁਰਾਣਾ ਦਾ ਧਰਮ ਹੈ। ਇਹ ਜੀਵ ਖੱਟ ਵਿਕਾਰੀ ਹੈ, ਉਹ ਛਿਆਂ ਦੋਸ਼ਾਂ ਤੋਂ ਰਹਿਤ ਹਨ। ਇਸ ਵਾਸਤੇ ਉਹਨਾਂ ਦਾ ਨਾ ਜਨਮਿਆ ਨਾ ਮਰਨਿਆ, ਆਉਣ ਜਾਣ ਦਾ ਜਿਹੜਾ ਦੁਵੰਦਾਵਾਦ ਚੱਕਰ ਹੈ, ਇਸ ਤੋਂ ਉਹ ਗੁਰਮੁਖ ਪਿਆਰੇ ਰਹਿਤ ਹੋ ਜਾਂਦੇ ਹਨ। ਗੁਰ ਪ੍ਰਸਾਦ ਰਹਿ ਲਿਵ ਲਾਏ, ਉਹ ਗੁਰੂ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣ ਜਾਂਦੇ ਆ। ਕਿਉਂ ਗੁਰੂ ਦੀ ਪ੍ਰਸਾਦ ਕਿਰਪਾ ਲੈਣ ਲਈ ਬੜੀ ਕਮਾਈ ਕਰਨੀ ਪੈਂਦੀ ਹੈ।
ਇਹ ਪ੍ਰਸ਼ਾਦ ਕਿਰਪਾ ਦਾ ਇਉਂ ਨਹੀਂ ਮਿਲਦਾ। ਉਵੇਂ ਤਾਂ ਹਰੇਕ ਹੀ ਕਹੀ ਜਾਊਗਾ ਜੀ ਕਿਰਪਾ ਕਰ ਦਿਓ ਜੀ, ਇਵੇਂ ਨਹੀਂ ਗੱਲਾਂ ਬਾਤਾਂ ਨਾਲ ਮਿਲਦੀ ਕਿਰਪਾ। ਇਹਦੀ ਵੀ ਪੜ੍ਹਾਈ ਹੈ ਕਿਰਪਾ ਲੈਣ ਦੀ। ਕਿਵੇਂ ਭਾਈ ਲਹਿਣਾ ਜੀ ਨੇ ਕਿਰਪਾ ਲਈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਸੇਵਾਦਾਰ ਬਣ ਕੇ, ਮਰ ਜੀਵੜੇ ਬਣ ਕੇ ਸੇਵਾ ਕੀਤੀ ਨਾ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿੱਥੇ ਖਡੂਰ ਸਾਹਿਬ ਹੈ, ਗੋਇੰਦਵਾਲ, ਹੁਕਮ ਸੀ ਵੀ ਬਿਆਸ ਦਰਿਆ ਤੋਂ ਜਲ ਲਿਆ ਕੇ ਇਸ਼ਨਾਨ ਕਰਾਉਣਾ। ਅੱਜ ਦਾ ਸਿੱਖ ਮਹਾਰਾਜ ਤੁਸੀਂ ਇਹ ਕੀ ਕਰਦੇ ਆ, ਇੱਥੇ ਇੰਨੇ ਖੂਹ ਆ, ਹਲਟ ਲੱਗੇ ਹੋਏ ਆ, ਤੁਸੀਂ ਮੈਨੂੰ ਬਿਆਸ ਭੇਜੀ ਜਾਂਦੇ ਆ। ਉਹਨੇ ਤਾਂ ਸਤ ਵਚਨ ਕੀਤਾ, ਉਹਨੇ ਮੋਰੇ ਕੋ ਟੁੱਚਰ ਥੋੜ੍ਹੀ ਡਾਈ ਹੈ, ਅਸੀਂ ਤਾਂ ਮੋਰੇ ਟੁੱਚਰ ਡਾਵਾਂਗੇ, ਬਹਾਨੇਬਾਜ਼ੀ ਕਰਾਂਗੇ। ਪਰ ਇੱਥੇ ਤਾਂ ਹੁਕਮ ਦੀ ਪੜ੍ਹਾਈ ਹੈ। ਇੱਥੇ ਪਾਣੀ ਦਾ ਸਵਾਲ ਨਹੀਂ, ਸਵਾਲ ਬਾਣੀ ਦਾ, ਹੁਕਮ ਦਾ। ਸਤ ਵਚਨ ਜੀ ਫਿਰ ਇੱਕ ਦੋ ਦਿਨ ਦੀ ਗੱਲ ਨਹੀਂ, 12 ਸਾਲ ਸਿਰ ਤੇ ਸਮਾਂ ਪੱਕਾ ਨਿਸ਼ਚਿਤ ਹੈ ਕਿ ਜੇ 1 ਵਜੇ ਇਸ਼ਨਾਨ ਕਰਦੇ ਆ ਤੇ 12:30 ਵਜੇ ਤਾਂ ਹਾਜ਼ਰ ਹੋਣਾ ਹੀ ਪਊਗਾ ਨਾ, ਫਿਰ ਇਸ਼ਨਾਨ ਹੋਊਗਾ ਨਾ। ਕਿ ਸ਼ਰਧਾ ਵਾਲਾ ਭਾਵ ਪਿਛਲ ਕਰੀ ਜਾਂਦੇ ਆ, ਮਹਾਰਾਜ ਨੂੰ ਇੰਨਾ ਪ੍ਰਤੱਖ ਜਾਣਦੇ ਕਿ ਪਿੱਠ ਨਾ ਹੋ ਜਾ। ਜਿੱਥੋਂ ਖਡੂਰ ਸਾਹਿਬ ਦੀ ਹੱਦ ਮੁੱਕਦੀ ਹੈ ਉੱਥੋਂ ਕਰਵਟ ਬਦਲਦੇ ਆ। ਸ਼ਰਧਾ ਕਿੰਨੀ ਆ, ਇਤਨਾ ਸਿਦਕ ਇਤਨਾ ਭਰੋਸਾ। ਹੁਣ ਅੱਜ ਤਾਂ GT ਰੋਡਾਂ ਬਣੀਆਂ, ਗੱਡੀਆਂ ਵੀ ਕੋਲ ਆ, ਵਿਆਜ ਕਹਿ ਦਈਏ ਨਾ ਤੇ ਰੋਜ਼ ਬਿਆਸ ਤੋਂ ਪਾਣੀ ਲੈ ਆਓ, ਉਹ ਲੈ ਆਓ, ਗੱਡੀ 'ਚ ਰੱਖ ਕੇ ਲਿਆਉਣਾ ਇਹ ਵੀ ਮੁਸ਼ਕਿਲ ਹੈ। ਹੋਰ ਪੈਦਲ ਜਾਂਦੇ ਆ, ਗਾਗਰ ਵੀ ਜਿਹੜੀ ਪੂਰਾ ਇਸ਼ਨਾਨ ਕਰਾ ਸਕੇ, ਘੱਟੋ ਘੱਟ 20 ਕਿਲੋ ਪਾਣੀ ਤਾਂ ਹੋਵੇ ਨਾ। ਇਹ 12 ਸਾਲ, ਇਹ ਅਵਸਥਾ 72 ਸਾਲ ਤੋਂ 84 ਸਾਲ। ਇਹ ਰਿਸ਼ਤਾ ਕੁੜਮਾਂ ਦਾ ਬੜਾ ਸਤਿਕਾਰਯੋਗ ਰਿਸ਼ਤਾ ਹੈ, ਬਰਾਬਰ ਦਾ। ਇਹ ਲੋਕ ਲਾਜ ਪੂਰੀ ਤਿਆਗੀ ਹੋਈ ਹੈ, ਦੁਨੀਆ ਤੋਂ ਬਹੁਤ ਬਗੜਵਾਦ ਕਰਦੀ ਸੀ। ਆ ਕੁੜਮਾਂ ਦੇ ਟੁੱਕ ਵਾਸਤੇ ਦਿਨ ਰਾਤ ਭਾਂਡੇ ਮਾਂਜ ਰਿਹਾ, ਪਾਣੀ ਢੋ ਰਿਹਾ। ਥੋੜਾ ਬਕਵਾਸ ਕਰਦੇ ਸੀ ਮਨਮੁਖ ਲੋਕ, ਪਰ ਉਹਨਾਂ ਨੇ ਹਮ ਧੰਨ ਧੰਨ ਦਿਓ ਹੈ ਢਾਰ ਵਾਲੀ ਗੱਲ। ਲੋਕ ਕਟੰਬ ਸਭੋਂ ਤੇ ਤੋਰਿਆ ਤੋਂ ਆਪਣ ਬਿਰਢੀ ਆਵੇ, ਉਹ ਪਰਵਾਹ ਨਹੀਂ ਕੀਤੀ ਦੁਨੀਆ ਦੀ। ਸਾਲ ਪਿੱਛੋਂ ਇੱਕ ਸਰੋਪਾ ਮਿਲਦਾ, ਇਹ ਨਹੀਂ ਇਕੱਲਾ ਇੱਕ ਗਾਗਰ ਢੋਣੇ ਕੰਮ ਸਰ ਗਿਆ। ਖੂਹ ਤੋਂ ਪਾਣੀ ਕੱਢ ਕੇ ਬਾਕੀ ਸੰਗਤ ਦਾ ਵੀ ਸੇਵਾ ਕਰਨੀ, ਉਦੋਂ ਇਸ਼ਨਾਨ ਪਾਣੀ ਕੱਢ ਕੇ ਕਰਾਏ ਜਾਂਦੇ ਸੀ। ਇਹ ਤਾਂ ਆਪਾਂ ਵੀ ਪਹਿਲਾਂ ਦੇ ਰਹੇ ਹਾਂ ਖੂਹਾਂ ਦੇ ਉੱਤੋਂ, ਲੱਜ ਬਾਲਟੀ ਰੋਲ ਦੇ ਨਾਲ ਨਲਕੇ ਦੇਖਦੇ ਲੱਗੇ ਆ। ਔਰ ਇਸੇ ਤਰ੍ਹਾਂ ਲੈ ਲਓ ਇਹ ਲੰਗਰ ਦੀ ਵੀ ਸੇਵਾ, ਭਾਂਡੇ ਮਾਂਜਣੇ, ਆਟਾ ਗੁੰਨਣਾ, ਪ੍ਰਸ਼ਾਦੇ ਬਣਾਉਣੇ,
गुरु महाराज की हजूरी सेवा भी है। ते सारे गुरु घर झाड़ू फेरना, पोचे लाने, जोड़े झाड़ने। तो हुण जिहड़े जाके जल लियाउंदे, तुसीं आप अंदाजा ला लो कि रेस्ट कदों करदे रहे। सारी रात तुरे रहिंदे कि मींह नेरी झक्खड़ पग डंडियां हुंदियां सी, वाजे वाले रास्ते ना सके। ये किन्ने साल घाल घाली, घाल मर्दां घाली, फिर जाके किरपा दे पात्र बने, किरपा फिर मिली। अजकल तो आउंदे ही दवा सट किरपा जिहड़ी आ गिलास पा के दे दिओ, इउं नहीं किरपा मिलती। किरपा की भी पढ़ाई है, बड़ी मेहनत करनी पैंदी है। वो भी गुरु महाराज आप मेहर करन, नहीं तो इधर तुरदा कित्थे है। हुण तां आउंदे आ सेवादार दा माड़ा जी निगाह नूं होवे, भाई जी साडी अरदास कर दे। एक मिनट खड़ना पैगा तो गल पैण नूं तैयार हो जांदे, इन्ने बेसबरे। ते तुसीं कीर्तन कथा बाद च कर लो, पहलां साडा कर दो, इन्ने काले। पर इत्थे तां सबर का बहुत बड़ा घुट भरना पैंदा। हुण तां इन्ने बेसबरे आ, गुरुद्वारे बैठे मोबाइल आ जाए, बाणी सुननी छड्ड देनी है, मोबाइल देखण लग जाना। जिहड़ा मोबाइल आया वो बहुत जरूरी खास गल है। जिहड़ी गुरु की बाणी है ये कदर ही है नहीं सानूं। घर वाली का मोबाइल आ जाए, एकदम उधर नूं दौड़नगे। पर जिहड़ा गुरु की गल है, एक गल सुनने की, एक बचन सुनने की रुचि नहीं। तो जिन्हां दे अंदर हैगी है, महाराज मेहर भी करते हैं। इस करके किरपा की पढ़ाई बारे थोड़ा जिहा इशारा दिता कि किरपा लैण वास्ते बड़ी मेहनत करनी पैंदी है और पूरा दृढ़ श्रद्धा विश्वास न लगा रहे। महाराज अंतरजामी है, वो जानते ही है भी हाले किरपा का अधिकारी बनया कि नहीं बनया। जिले देख लिया भी हैगा अधिकारी, फिर इम्तिहान भी लेंदे आ। सिखां पुत्रां घोख कै सब उम्मत वेखो जिक्यां। सिखां भी घोखिया, पुत्रां भी घोखिया, ते जिहड़ा पास होया ना उहदे ते किरपा हुई। पूरी घोख पड़ताल की, ये नहीं भी उवें ही गोला रेड़ दिता महाराज ने। जिले परीक्षा पूरे उतरे, फिर आप उहदियां 4 परिक्रमा कीतियां, 5 पैर नलेर रख के मत्था टेकिया। फिर बाबा बुढ़ा जी तो गुरता गदी का तिलक लवाया। फिर सारे अनाउंसमेंट की भी अज तो साडा स्वरूप ये है, तुसीं इन्हां नूं मनना। नारियल रखा भी सारे पदार्थ इन्हां दी झोली च पाते हैं। 5 पैसे सारी माया इन्हां नूं दे दी, सारी भभूति दे ऐश वर्ज बनाता इन्हां नूं। और फिर जोत जामा बख्शिया, किरपा की। किरपा लैण वास्ते किवें मेहर की। वो आनंदपुर भी पंडे आ गए सी, 10वें पातशाह
कि महाराज सतयुग च भी साडा सत्कार सारिਆਂ ने किया, ब्राह्मणों का, त्रेते च भी, दुआपर च भी। तुसीं भी ईश्वर का अवतार हैं, बाकी अवतार भी साडा करते रहे। तुहानूं भी चाहिए ब्राह्मणों का सत्कार करना, क्यों असीं ब्रह्मे दे मुख चों जम्मे हैं, खतरी बाहां चों, बैश ढिड चों, शूदर पैरां चों। साडा सत्कार होना चाहिए। महाराज कहंदे क्यों नहीं, पूरा करांगे। पर पंडित जी गल एक आ कि सत्कार किया नहीं जाता, सत्कार करवाया जाता। जे तुसीं सत्कार वाला काम करोगे फिर तो तुहाडा सत्कार अवश्य होएगा, ते जे तुसीं सत्कार वाला काम नहीं करोगे तो फिर तो मुश्किल जिहा हुंदा। कहंदे दसो, कहंदे तुसीं आ जा करो, तुहानूं सोने की मोहर भी मिलिया करेगी, बदामां की सरदाई भी मिलेगी, इलायची काली मिर्च पा के मीठा सोहना भोजन भी बहुत वधिया मिलिया करनगे। 8 घंटे सतनाम श्री वाहिगुरू का जाप करना, इन्ना ही काम है। और कोई कहीं गुआड़े का काम नहीं, कोई दुकानदारी का काम नहीं, कोई मजदूरी वाला काम भी है। सर बैठिया इन्ना ही करी जाना। टाइम ना ही जल पानी मिलेगा, समय नाल ही भोजन पानी मिलेगा। जांदे वक्त एक दशाला, एक सोने की मोहर रोज़ मिलिया करेगी। बाकी खाण पीण जो तुहाडा चित्त करे वो भी हाजिर होएगा। पक्का कच्चा भोजन जे हो जा जाओ। कहंदे ठीक है जी। बस महाराज ने कुटिया तैयार कराइया सी, झोंपड़ियां बूढ़े रख के आसन विछाए हुए सी, जोतां जाग रही, धूप तोक रहे सी, जल पानी छकाया। आओ जी बैठो आसन, बैठ गया। माला रखिया हुई सी, हुण दिहाड़ी कितों पूरी हो गई। जिन्हीं 100 घर मंगण जाना सी तो ये कितों कित्थे बैठन। ते शाम नूं मोर भी मिल गई, दुशाला भी मिल गया। महाराज कहंदे कल भी आ जाए, कल भी महाराज दर्शन देने। कहंदे महाराज ये काम तो बहुत औखा सानू। कहंदे सौखा किहड़ा? कहंदे सानू तो फिर यही महाराज ठीक है। राहु केतु बैल हमारे, साढ़ सती है खेती, पत्री हमारी बड़ी शिकारन, मार लिया वे छेती। राहु केतु अगले बता दो, अद्धा खून सुक जाता, अगले का डरा देंगे। जे 60 सती का दिओ तो हार्ट फेल होने वाला हो जाता। फिर 7.5 साल कदों निकलने 60 सती? ये साढ़े बोलते हैं 60 सती साड़ी खेती है। पत्री हमारी बड़ी शिकार, जी पत्री है ना, तू पील पावे ना बैठा, मोबाइल ला के बैठा, कथा हो रही है, बाहर चले जा। तो मैनेजर साहब ने लिख के भी लाया अपने मोबाइल बंद रखो, आपको कोई परवाह नहीं। गुरुद्वारे अंदर ला के बैठा, गुआढ़ी भी नहीं कहते। वो साध संगत जी, पत्री हमारी बड़ी शिकारन, जी पत्री है ना, उंगल रख देंगे, ये बड़ी शिकारन है, इत्थे रखते इन्हें, उन्हें रखा लेंगे।
ਮਾਰ ਲਿਆ ਵੀ ਛੇਤੀ ਸ਼ਿਕਾਰ ਨੂੰ ਛੇਤੀ ਮਾਰ ਕੇ ਲਿਆਉਂਦੀ। ਕਹਿੰਦੇ ਮਾਰਾ ਹਾਂ ਜਿਹੜਾ ਕੰਮ ਤੁਸੀਂ ਦੱਸਿਆ ਨਾ ਇਹ ਬੜਾ ਔਖਾ। ਸਤਿਨਾਮ ਸ਼੍ਰੀ ਵਾਹਿਗੁਰੂ ਕਹਿਣਾ ਆਖਣ ਔਖਾ ਸਾਚਾ ਨਾਉ। ਮਹਾਰਾਜ ਕਹਿੰਦੇ ਵੀ ਬ੍ਰਾਹਮਣ ਨੂੰ ਤੁਸੀਂ ਕਹਿੰਦੇ ਸੀ ਪੂਜਾ ਕਰੋ, ਅਸੀਂ ਤਾਂ ਪੂਜਾ ਤੁਹਾਡੀ ਸ਼ੁਰੂ ਕਰ ਦਿੱਤੀ ਸੀ, ਫਿਰ ਤੁਸੀਂ ਇੱਕ ਦਿਨ ਇਹ ਭਗੌੜੇ ਹੋ ਚੱਲੇ। ਕਹੀ ਘੁਆੜੇ ਦਾ ਕੰਮ ਤੁਹਾਨੂੰ ਨਹੀਂ ਦਿੱਤਾ, ਮਜ਼ਦੂਰੀ ਤੁਹਾਨੂੰ ਕਰਨ ਲਈ ਕਿਹਾ, ਜਾਂ ਕਹੀ ਲੈ ਕੇ ਕਤਾਨ ਪੁੱਟੋ, ਮਿੱਟੀ ਢੋਵੋ, ਰੋੜੀ ਕੁੱਟੋ, ਕੋਈ ਖੇਤੀ ਪੱਤੀ ਵਾਸਤੇ ਵੀ ਨਹੀਂ ਕਿਹਾ, ਕੋਈ ਬੋਲਦਾ ਮਗਰ ਤੱਤਾ ਤੱਤਾ ਕਰੋ, ਮੱਝਾਂ ਗਾਈਆਂ ਦੇ ਪੱਠੇ ਲਿਆਉਣ ਲਈ ਨਹੀਂ ਕਿਹਾ। ਸਤਿਨਾਮ ਸ਼੍ਰੀ ਵਾਹਿਗੁਰੂ ਇਹ ਜਪਣ ਵਾਸਤੇ ਕਿਹਾ ਸੀ। ਜਲ ਪਾਣੀ ਵਾਲੋਂ ਕਮੀ ਨਹੀਂ ਰੱਖੀ, ਸ਼ਗਨ ਛਕਾਉਣ ਵਾਲੋਂ ਕਮੀ ਨਹੀਂ ਰੱਖੀ, ਸਿਰਫ ਸਤਿਨਾਮ ਸ਼੍ਰੀ ਵਾਹਿਗੁਰੂ ਦੇ ਜਾਪ ਕਰਨ ਲਈ ਕਿਹਾ ਸੀ। ਤੇ ਤੁਸੀਂ ਇੱਕ ਦਿਨ 'ਚ ਭਗੌੜੇ ਹੋ ਗਏ। ਤੁਸੀਂ ਕਹਿੰਦੇ ਸਾਡੀ ਪੂਜਾ ਕਰੋ, ਤਿੰਨਾਂ ਯੁਗਾਂ 'ਚ ਹੁੰਦੀ ਰਹੀ ਹੈ। ਅਸੀਂ ਤਾਂ ਤੁਹਾਡੀ ਪੂਜਾ ਕੀ, ਸਾਡੇ ਸਾਰੀ ਸੰਗਤ ਨੇ ਤੁਹਾਡੀ ਪੂਜਾ ਕਰਨੀ ਸੀ। ਜਿੱਥੇ ਤੱਕ ਜੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਇਸ ਧਰਤੀ ਦੇ ਬੰਦਿਆਂ ਦੀ ਤਾਂ ਗੱਲ ਛੱਡ ਦਿਓ, ਆਕਾਸ਼ਾਂ ਦੇ ਫਰਿਸ਼ਤੇ ਵੀ ਆ ਕੇ ਤੁਹਾਡੀ ਆਰਤੀ ਉਤਾਰਦੇ, ਤੁਹਾਡੀ ਪੂਜਾ ਕਰਦੇ। ਪਰ ਜਿਹਨੂੰ ਹੁਣ ਮੰਗਣ ਚੁੰਗਣ ਦੀ ਆਦਤ ਪੈ ਜਾਏ ਬਹੁਤ ਔਖਾ ਨਾ। ਉਹ ਬਲਦ ਨੂੰ ਵੀ ਖੁਰਲੀ ਦੇ ਪੱਠੇ ਪੈਂਦੇ ਆ, ਜੇ ਇਕੱਲੇ ਤੋਂ ਰਸਾ ਤੜਾ ਕੇ ਦੂਜੀਆਂ ਖੁਰਲੀਆਂ 'ਚ ਮੂੰਹ ਮਾਰਨ ਲੱਗ ਗਿਆ ਨਾ, ਉਹ ਫਿਰ ਘਰ ਟਿਕਦਾ ਨਹੀਂ ਹੁੰਦਾ। ਤੇ ਜਿਹਨੂੰ ਫਿਰ ਦਰ ਦਰ ਮੰਗ ਕੇ ਖਾਣ ਦੀ ਆਦਤ ਪੈ ਜਾਏ, ਉਹਦੇ ਲਈ ਇੱਕ ਘਰ ਦਾ ਬਣਨਾ ਬੜਾ ਔਖਾ ਹੈ। ਪਰ ਜਿਹੜਾ ਗੁਰ ਸਿੱਖਿਆ ਨਾ, ਉਹ ਤਾਂ ਫਿਰ ਬਿਆਦਰ ਨਾ ਹੀ ਕੈਦਰ ਜਾਓ, ਉਹ ਤਾਂ ਫਿਰ ਮਰਦਾਨੇ ਮੂੰਹ ਇੱਕ ਦਾ ਬਣ ਗਿਆ, ਭਾਈ ਬਾਲੇ ਮੂੰਹ ਇੱਕ ਦੇ ਬਣ ਗਿਆ ਨਾ। ਤੇ ਜਿੱਥੇ ਗੁਰੂ ਨਾਨਕ ਸਾਹਿਬ ਦੀ ਫੋਟੋ ਹੋ, ਇੱਕ ਖੱਬੇ ਬੈਠਾ ਹੁੰਦਾ, ਇੱਕ ਸੱਜੇ ਹੁੰਦਾ, ਨਾਲ ਬੈਠੇ ਕਿ ਨਹੀਂ, ਇੱਕ ਦੇ ਬਣ ਗਏ, ਇੱਕ ਦੇ ਬਣਨਾ। ਤੇ ਅੱਜ ਅਸੀਂ ਵੀ ਤੇ 5 ਪੀਰੀਏ ਬਣੇ ਪਏ ਹਾਂ, ਇੱਕ ਦਾ ਬਣਨਾ ਬਹੁਤ ਔਖਾ। ਭਟਕਦੇ ਫਿਰਦੇ ਆ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ। ਮਨ ਅੰਦਰ ਯਕੀਨ ਨਹੀਂ, ਵਿਸ਼ਵਾਸ, ਦ੍ਰਿੜਤਾ, ਭਰੋਸਾ ਨਹੀਂ, ਉਹ ਫਿਰ ਪੱਲੇ ਪੈਂਦਾ ਵੀ ਕੁਝ ਨਹੀਂ ਹੁੰਦਾ ਇਹ ਜਿਹਾਂ ਦੇ। ਤੇ ਮਹਾਰਾਜ ਕਹਿੰਦੇ ਤੁਸੀਂ ਕਹਿੰਦੇ ਪੂਜਾ, ਸਾਰੇ ਬ੍ਰਹਮੰਡ ਖੰਡ ਤੁਹਾਡੀ ਪੂਜਾ ਕਰਨਗੇ, ਪਰ ਤੁਸੀਂ ਇੱਕ ਦੀ ਪੂਜਾ ਕਰ ਲਓ, ਇੱਕ ਨੂੰ ਪੂਜ ਬਣਾ ਲਓ, ਨਿਰੰਕਾਰ ਪਰਮੇਸ਼ਰ ਨੂੰ। ਤੇ ਮਹਾਰਾਜ ਦੇ ਵੱਲੋਂ ਕਿਰਪਾ ਕਰਨ ਲੱਗੇ ਸੀ, ਕਿਰਪਾ ਲਈ ਨਹੀਂ ਭੱਜਗਾ। ਅੱਜ ਵੀ ਮੈਂ ਆਪਾਂ ਇਹ ਗੱਲ ਸੁਣ ਕੇ ਹੱਸਾਂਗੇ, ਪਹਿਲਾਂ ਵੀ ਬ੍ਰਾਹਮਣਾਂ ਨੇ ਉਹ ਕੀਤੀ ਕਿ ਆਪਾਂ ਨੂੰ ਕੋਈ ਕਹਿ ਦਈਏ ਵੀ ਇੱਥੇ 5 ਮਿੰਟ ਬਹਿ ਕੇ ਮਾਲਾ ਫੇਰ ਲਾ, ਭਜਨ ਕਰ ਲਾ, ਮਾੜੀ ਜਿਹੀ ਅੱਖ ਪਾਸੇ ਕੀਤੀ ਤੇ ਇੱਕਦਮ ਖਿਸਕ ਜਾਣਾ। ਗੱਜ ਕੇ ਬੋਲੋ ਸਤਿਨਾਮ ਸ੍ਰੀ ਵਾਹਿਗੁਰੂ। ਸਾਡਾ ਵੀ ਤਾਂ ਇਹ ਹਾਲ ਹੈ, ਗੁਰਦੁਆਰੇ ਅੰਦਰ ਬੈਠੇ ਵੀ ਮੋਬਾਈਲ ਲਾ ਕੇ ਬਹਿ ਜਾਣਗੇ। ਇੰਨਾ ਵੀ ਸਬਰ ਹੈ ਨਹੀਂ, ਇੰਨੇ ਬੇਸਬਰ ਹੈ ਕਿ ਗੁਰੂ ਘਰ ਆਏ ਆ, ਕੋਈ ਗੁਰੂ ਘਰ ਦੀ ਗੱਲ, ਉਹ ਕਲਯੁਗ ਹੈ ਨਾ, ਅੰਦਰ ਜਾਣ ਹੀ ਨਹੀਂ ਦਿੰਦਾ। ਸੁਭਾਅ ਬਣ ਗਿਆ ਬਾਹਰਲੀਆਂ ਗੱਲਾਂ ਜ਼ਿਆਦਾ ਸੁਣਨੇ ਦਾ, ਬਾਣੀ ਸੁਣਦਾ ਸੁਭਾਅ ਹਟ ਗਿਆ ਸਾਡਾ, ਮਹਾਰਾਜ ਦੇ ਦਰਸ਼ਨ ਦਾ ਸੁਭਾਅ ਹਟ ਗਿਆ।
ਬਾਣੀ ਪੜ੍ਹਨ ਦਾ ਸੁਭਾਅ ਹਟ ਗਿਆ, ਬਾਣੀ ਸੁਣਨ ਦਾ ਸੁਭਾਅ ਹਟ ਗਿਆ। ਇਸ ਤਰ੍ਹਾਂ ਦੀਆਂ ਸਾਡੀਆਂ ਆਦਤਾਂ ਬਣ ਗਈਆਂ। ਉਹ ਹੁਣ ਭੋਲੇ ਭੁਲਾਏ ਗੁਰਦੁਆਰੇ ਆ ਜਾਂਦੇ ਆ, ਜਾਂ ਕਿ ਬਿਪਤਾ ਦੇ ਮਾਰੇ ਆਉਂਦੇ ਆ। ਉਹ ਵੀ ਕਿਹੜਾ ਆਉਂਦਾ, ਉਹ ਫਿਰ ਜਿਹੜਾ ਸੁਭਾਅ ਆ ਉਹ ਛੱਡਦੇ ਨਹੀਂ ਨਾ। ਇਹ ਕੋਈ ਭੇਡਾਂ ਦਾ ਚਰਵਾਹਾ ਹੁੰਦਾ ਸੀ, ਉਹ ਸੰਤ ਸੀ, ਤੇ ਉੱਥੇ ਕੋਈ ਰਾਜਾ ਆ ਗਿਆ ਤੇ ਮਹਾਰਾ ਉਪਦੇਸ਼ ਦਿਓ, ਨਾਮ ਦਿਓ। ਉਹ ਵੀ ਕਿਤੇ ਸੁਣਦਾ ਰਿਹਾ ਦੂਰੋਂ। ਉਹ ਸੰਤ ਕਹਿੰਦੇ ਵੀ ਹੁਣ ਗੁਰੂ ਬਣਾਏਗਾ ਫਿਰ ਇਹ ਉਪਦੇਸ਼ ਦਿਓ। ਗੁਰੂ ਬਣ ਕੇ ਤਾਂ ਉਪਦੇਸ਼ ਨਹੀਂ ਨਾ ਮਿਲਣਾ। ਉਹ ਤਾਂ ਚਲੇ ਗਿਆ। ਉਹ ਚਰਵਾਹਾ ਵੀ ਆ ਗਿਆ, ਸਿੱਧਾ ਪਧਰਾ ਸੀਗਾ। ਉਹ ਕਹਿੰਦਾ ਮਹਾਰਾਜ ਮੈਨੂੰ ਵੀ ਗੁਰੂ ਬਣਾਓ। ਹਾਂਜੀ, ਉਹ ਹਰ ਵੇਲੇ ਇਹ ਜਾਪ ਕਰੀ ਜਾ, ਗੁਰੂ ਬਣਾਓ, ਗੁਰੂ ਬਣਾਓ। ਜਾਪ ਇਹ ਕਰਿਆ ਕਰੇ। ਕਿਹਾ ਵੀ ਇਹ ਤਾਂ ਬੜਾ ਬੰਦਾ ਲਜਿਆ ਇਹ ਜਿਹਾ ਵੀ ਚੇਲਾ ਬਣਾਓ ਨੇ ਗੁਰੂ ਬਣਾਓ, ਗੁਰੂ ਬਣਾਓ। ਇਹ ਜਾਪ ਕਰ ਰਿਹਾ। ਅੱਜ ਕੱਲ੍ਹ ਵੀ ਤਾਂ ਇਹ ਜਿਹਾ ਹੀ ਹੈ ਕਿ ਗੁਰੂ ਬਣਾ ਦਿਓ, ਚੇਲਾ ਬਣਨ ਨੂੰ ਕੋਈ ਤਿਆਰ ਨਹੀਂ। ਜੰਮਦੇ ਗੁਰੂ ਹੈ, ਚੇਲਾ ਤਾਂ ਕੋਈ ਜੰਮ ਨਹੀਂ ਰਿਹਾ। ਉਹ ਸਾਧ ਸੰਗਤ ਜੀ ਉਹਨੇ ਕਿਹਾ ਚੰਗਾ ਫਿਰ ਹੁਣ ਤੂੰ ਚੁੱਪ ਰਹਿਣਾ, ਬੋਲਣਾ। ਉਹ ਚੁੱਪ ਰਿਹਾ ਕਰੇ। ਸੰਤਾਂ ਨੇ ਜੇ ਕੋਈ ਹੋਣਾ, ਇਹ ਬੜੇ ਮਹਾਂਪੁਰਖ ਹੈ। ਬੜੀ ਧੁੰਮ ਪੈ ਗਈ। ਉਹ ਰਾਜਾ ਵੀ ਆ ਗਿਆ। ਮਹਾਰਾਜ ਕਹਿੰਦੇ ਮੋਨੀ ਬਾਬਾ ਜੀ ਬੜੇ ਮਹਾਂਪੁਰਖ ਹੈ, ਇਹ ਬੜੇ ਮਹਾਂਪੁਰਖ ਹੈ। ਰਾਜ ਨੇ ਅੱਛਾ ਮਹਾਰਾਜ ਕੋਈ ਬਚਨ ਵਿਲਾਸ? ਕਹਿੰਦੇ ਨਹੀਂ, ਆਨੰਦ ਸਰੂਪ ਹੀ ਰਹਿੰਦੇ ਆ। ਉਹ ਇੰਨੇ ਨੂੰ ਉੱਥੇ ਭੇਡਾਂ ਦਾ ਜਿਹੜਾ ਆ ਗਿਆ। ਉਹ ਜਿਹੜਾ ਕਿਹਦਾ ਸੁਭਾਅ ਹੁੰਦਾ ਵੀ ਜਾਂਦਾ ਨਹੀਂ ਨਾ। ਉਹ ਭੇਡਾਂ ਵਾਲੇ ਜਿਹੜੇ ਹੁੰਦੇ ਨਾ, ਟਾਂਕੀ ਜਿਹੀ ਫੜੀ ਹੁੰਦੀ ਹੈ, ਚਾਪੇ ਛੁਪੇ ਲਾ ਕੇ ਭੇਡਾਂ ਮੋਹਰੇ ਸੁੱਟਣ ਨੂੰ, ਜਾਂ ਛਿਟੀ ਜਿਹੀ ਹੁੰਦੀ ਹੈ ਮੋੜਨ ਲਈ, ਲੰਮੀ ਸਾਰੀ ਡਾਂਗ ਜਿਹੀ ਪਤਲੀ ਜਿਹੀ। ਉਹ ਕਹਿ ਤਰ ਤਰ। ਰਾਜੇ ਨੇ ਕਿਹਾ ਇਹ ਵੀ ਲੋਕ ਬੜੇ ਸਿਆਣੇ ਹੁੰਦੇ, ਪੁਰਾਣੇ ਰਾਜੇ ਬੜੇ ਵਿਦਵਾਨ ਹੁੰਦੇ ਸੀ। ਅੱਜ ਕੱਲ੍ਹ ਹੁਣ ਵੋਟਾਂ ਵਾਲੀ ਗੱਲ ਹੈ ਨਾ, ਅੱਗੇ ਹੁੰਦੇ ਸੀ ਸਿਆਣੇ ਵਿਦਵਾਨ। ਉਹ ਕਹਿੰਦੇ ਮਹਾਰਾਜ ਇਹ ਤਾਂ ਕੋਈ ਭੇਡਾਂ ਦਾ ਚਰਵਾਹਾ ਲੱਗਦਾ। ਇਉਂ ਬੋਲਿਆ। ਉਹ ਸੰਤ ਬੜੇ ਸਿਆਣੇ ਸੀ। ਉਹ ਕਹਿੰਦੇ ਨਹੀਂ ਮਹਾਰਾਜ, ਇਹ ਤੁਹਾਨੂੰ ਸਿੱਖਿਆ ਦੇ ਰਹੇ ਹੈ, ਤਰ ਤਰ, ਸੰਸਾਰ ਤੋਂ ਤਰ ਜਾਓ, ਤਰ ਜਾਓ। ਇਹ ਮਨੁੱਖ ਜਨਮ ਮਿਲਿਆ, ਮੁੜ ਕੇ ਨਹੀਂ ਮਿਲਣਾ। ਉਹ ਹੈ ਸਟਾਂਗਾ ਨਾ ਉਹਦਾ ਪੜਦਾ ਰੱਖਿਆ। ਹੁਣ ਸਾਡਾ ਸੁਭਾਅ ਭੇਡਾਂ ਦੇ ਚਰਵਾਹੇ ਵਾਂਗ ਬਣਿਆ ਜਿਹੜਾ, ਉਹ ਗੁਰਦੁਆਰਿਆਂ 'ਚ ਆ ਕੇ ਵੀ ਅਸੀਂ ਛੱਡਦੇ ਨਹੀਂ। ਉਹ ਆਦਤਾਂ ਬਣੀਆਂ ਨਾ, ਜਿੱਥੇ ਤੱਕ ਲੱਗੇ ਆ ਜਾਂਦੇ ਹਾਂ। ਉਹ ਆਦਤਾਂ ਜਿਹੜੀਆਂ ਉਹ ਤਿਆਗਦੇ ਨਹੀਂ। ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਪੰਡਤਾਂ ਦੁਆਰਾ ਸੋਝੀ ਦੇ ਰਹੇ ਹਨ। ਗੁਰ ਪ੍ਰਸਾਦ ਰਹਿ ਲਿਵ ਲਾਏ। ਹਾਂ, ਜਿਹੜੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣਦੇ ਨੇ, ਉਹ ਲਿਵ ਲਾ ਕੇ ਰਹਿੰਦੇ ਆ, ਲਿਵ ਜੋੜ ਕੇ। ਆਪਣੀ ਲਿਵ ਤਾਂ ਹੋਰੇ ਪਾਸੇ ਲੱਗੀ ਹੋਈ ਹੈ, ਇੱਧਰ ਤਾਂ ਲੱਗਦੀ ਨਹੀਂ ਲਿਵ। ਇੱਧਰ ਤਾਂ ਮਨ ਆਉਂਦਾ ਹੀ ਨਹੀਂ। ਇਹ ਕਈ ਪਾਸਿਓਂ ਦੌੜੀ ਫਿਰਦੀ ਹੈ। ਉਹ ਜਿਹੜੇ ਗੁਰੂ ਦੀ ਪ੍ਰਸਾਦ ਕਿਰਪਾ ਦੇ ਪਾਤਰ ਬਣਨਾ ਚਾਹੁੰਦੇ ਆ, ਉਹ ਆਪਣੀ ਲਿਵ ਬਿਰਤੀ ਨੂੰ ਗੁਰੂ ਚਰਨਾਂ ਨਾਲ ਜੋੜ ਕੇ ਰੱਖਦੇ ਆ। ਉਹਨਾਂ ਦੀ ਲਿਵ ਦਿਆਨੇ ਬਣ ਨਹੀਂ ਜਾਂਦੀ। ਬਸ ਇੱਕੋ ਇੱਕ ਨਿਰੰਕਾਰ ਨਾਲ ਸੁਰਤੀ ਬਿਰਤੀ ਜੁੜੀ ਰਹਿੰਦੀ ਹੈ। ਗਗਨ ਅਗੰਮ ਅਨਾਥ ਅਜੋਨੀ। ਉਹ ਪਰਮੇਸ਼ਰ ਗਗਨਮੋਂ ਵਿਆਪਕ, ਅਗੰਮ ਗੰਮਤਾ ਰਹਿਤ, ਅਜੋਨੀ ਜੋਨੀਆਂ ਤੋਂ ਰਹਿਤ, ਜੋਨੀਆਂ ਤੋਂ ਰਹਿਤ ਕਰਨ ਵਾਲਾ ਹੈ। ਅਸਥਿਰ ਚੀਤ ਸਮਾਧ ਸਗੋਨੀ। ਸਹਿਤ ਗੁਣਾਂ ਦੇ ਸਰਗੁਣ ਸਰੂਪ, ਉਹਦਾ ਚਿੱਤ ਹਮੇਸ਼ਾ ਹੀ ਅਸਥਿਰ ਹੈ। ਇਹ ਮਹਾਰਾਜ ਮਿਲੇ ਗਏ ਸਾਬੋ ਕੀ ਤਲਵੰਡੀ ਮਹਾਰਾਜ ਕਿੱਥੇ? ਆਨੰਦਪੁਰ।
किस तरह का समा महाराज कहते आ लकीरां खिंचदे मिट्टी दे काटा मारदे कहते तैनूं हर शोक होया कहते नहीं कहते सानूं कोई हर शोक नहीं असीं आनंद स्वरूप च हां ਉਹਦਾ चित्त हमेशा अस्थिर साडा मन तो हर वेले डुलकदा फिरदा ना पारे वांगू मन छलकदे फिरदे टका है नहीं दिन रात भटकना लगी हुई है इस तरह ਉਹਦਾ ਜਿਹੜਾ चित्त ਜਾਂ ਉਹਦਾ गुरसिख ਜਿਹੜਾ बन गया ਉਹਦਾ सिख बन गया ਉਹ ਜਾ ਚਿੱਤ ਅਡੋਲ ਅਡਿਗ ਅਸਥਿਰ ਅਵਸਥਾ ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦੀ ਤਤੀ ਤਵੀ ਤੇ ਵੀ ਉਹ ਚੌਂਕੜਾ ਲਾ ਕੇ ਬੈਠੇ ਰਹਿੰਦੇ ਆ ਸੀਸ ਚ ਰੇਤ ਪੈ ਰਹੀ ਹੈ ਹੈਗਾ ਕਿ ਨਹੀਂ ਅਸਥਿਰ ਚਿੱਤ ਸਹਿਤ ਗੁਣਾਂ ਦੇ ਉਦੋਂ ਔਗਣ ਪੈਦਾ ਹੋਇਆ ਅੱਗੇ ਪਿੱਛੇ ਤਾਂ ਬੜੇ ਬੜੇ ਗੁਣਵਾਨ ਕਹਿਣਗੇ ਅਸੀਂ ਬੜੇ ਗੁਣੀ ਗਿਆਨੀ ਧਿਆਨੀ ਆ ਜੇ ਸੰਕਟ ਆ ਜਾਏ ਸਾਰਾ ਗਿਆਨ ਧਿਆਨ ਵੀ ਰੁੜ ਜਾਂਦਾ ਗੁਣ ਗਾਣ ਵੀ ਪਤਾ ਨਹੀਂ ਕਿੱਧਰ ਲੁਕ ਜਾਂਦੇ ਆ ਪਰ ਉਹ ਅਸਥਿਰ ਚਿੱਤ ਵਾਲਾ ਸਹਿਤ ਗੁਣਾਂ ਦੇ ਅਡਿਗ ਔਰ ਅਡੋਲ ਅਵਸਥਾ ਦਾ ਮਾਲਕ ਹੈ ਹਰ ਨਾਮ ਚੇਤ फिर पवह ना जूनी हरि दे नाम नूं चेत चेतेगा क्योंकि शरीर ये उन्होंने चेते करने वास्ते मिलया तन चेतन चेतन हेत दैव भोगन कारण दैव दैव इहदा चेतन नूं चेतन करने वास्ते दिता तो असीं किधर लगे हैं केस रख के 2 मिनट कंगे ना सवारन का तो टाइम है नहीं नाई मोहरे 2 घंटे ला लैणगे हजामत कराउण लई केस रख के साफ करने लई तो टाइम नहीं रह गया अपने को अज दे सिखां को नाई को हजामत कराउण लई किन्ना चिर ला देंगे हूँ हजामत भी कई तरह दी कि देखी जाने सड़कों के उत्ते किवें फिर रहे हैं किस तरह के मूँह सिर बनाए हुए हैं फोटोआं भी कई तरह दी उन्होंने लाइया हुई उन्होंने नाम भी कई तरह के उन्होंने हजामतों के रेट भी वखरे वखरे है कि अज का सिख इधर नूं तुरिया होया जिहड़ा गुरु का सिख सी ਉਹਦਾ किस तरह का असूल सी अज किहो जिहा हाँ जी हर नाम चेत फिर पवह ना जूनी ਉਹਦਾ बन जा ਉਹਦਾ बन के अंमृत छक गुरु वाला बन नाम नूं चेते कर फिर तू 84 लाख जूनां दे चक्कर च नहीं पैगा कि हुण साडियां बीबियां राणियां भी जे कई आ बच्चियां नूं दाढ़ी केस वो ज्ञानना ध्यानना बहुत है वो कहनियां बाबा जी चंगा इंसान बनना चाहिए दाढ़ी केसां च की है ये दाढ़ी केसां वाला चंगा इंसान नहीं होंदा आ दे लो रन्ना हुई बोधियां पुरख होए सयाद ये ज्ञान बनी है गल आखिर इंसान चंगा चाहिए चंगे इंसान बनो अंमृत छकन च की है दाढ़ी केसां च की पिया होया अज का ज्ञान इन्हां दा सुन लो इधर नूं संसार तुरिया होया ते जिहड़े गुरु ने किरपा कीती सी वो कहते उन्होंने को तो ज्ञान है ही नहीं सी हुण ज्ञानवान असीं जम्मे आ बाकी तो धुंध गवार च ही रहे हुण
ਅਸੀਂ ਨਿਊ ਲਾਈਟ ਦਾ ਜੋ ਗਿਆ ਧੁੰਦ ਚੁੱਕ ਦਿੱਤੀ ਹੈ। ਅੱਜ ਇਹੋ ਜਿਹਾ ਸੰਸਾਰ ਐਸਾ ਤਾਣਾ ਬਾਣਾ ਬਣਾ ਕੇ ਬੈਠਾ ਹੋਇਆ, ਉਹਦੇ 'ਚ ਉਲਝਿਆ ਪਿਆ। ਹਾਂਜੀ, ਗੁਰਮਤਿ ਸਾਰ ਹੋਰ ਨਾਮ ਬਿਹੂਨੀ। ਗੁਰੂ ਦੀ ਮੱਤ ਹੀ ਸਾਰ ਵਸਤੂ ਸ੍ਰੇਸ਼ਟ ਹੈ। ਹੋਰ ਜਿੰਨੀਆਂ ਕੱਚੀਆਂ ਪਿੱਛੀਆਂ ਗੱਲਾਂ ਕਰਦੇ ਆ, ਇਹ ਨਾਮ ਤੋਂ ਬਿਹੂਣੀਆਂ ਗੱਲਾਂ। ਜਿਹੜੇ ਨਾਮ ਨੂੰ ਟੁੱਟੇ ਹੋਏ ਲੋਕ, ਨੁਗਰੇ ਤੇ ਬੇਪੀਰੇ ਲੋਕ ਹਨ, ਉਹ ਇਹੋ ਜਿਹੀਆਂ ਗੱਲਾਂ ਕਰਦੇ ਆ। ਜਿਹੜਾ ਗੁਰੂ ਪੀਰ ਵਾਲਾ ਬੰਦਾ ਨਾ, ਉਹ ਇਹੋ ਜਿਹੀਆਂ ਕੱਚੀਆਂ ਗੱਲਾਂ ਨਹੀਂ ਕਰਦਾ ਹੁੰਦਾ। ਉਹ ਤਾਂ ਗੁਰੂ ਦੀ ਗੱਲ ਸੁਣ ਕੇ ਸਤ ਵਚਨ ਕਹਿੰਦਾ ਹੁੰਦਾ। ਇਹ ਨਾਮ ਤੋਂ ਬਿਹੂਣੇ ਜਿਹੜੇ ਲੋਕ ਆ ਨਾ, ਉਹ ਇਹੋ ਜਿਹੀਆਂ ਗੱਲਾਂ ਕਰਦੇ ਆ, ਮਨਮੁਖਾਂ ਵਾਲੀਆਂ। ਇਹਨਾਂ ਨੂੰ ਬਾਣੀ 'ਚ ਨਾ ਅਸੰਖ ਮੂਰਖ ਅੰਧ ਘੋਰ, ਅੱਗੇ ਕਿਵੇਂ ਗਿਆਨੀ ਜੀ? ਅਸੰਖ ਚੋਰ ਹਰਾਮ ਖੋਰ। ਅਸੰਖ ਚੋਰ ਹਰਾਮ ਖੋਰ। ਇਹ ਜਿਹੜੇ ਲੋਕ ਆ, ਇਹੋ ਜਿਹੀਆਂ ਕੱਚੀਆਂ ਗੱਲਾਂ ਕਰਦੇ ਆ। ਜਿਹੜੇ ਗੁਰੂ ਦੇ ਪਿਆਰੇ ਭਾਈ ਸਵੇਕ ਸਿੰਘ ਸਹਿਬਾਜ ਸਿੰਘ, ਉਹ ਦੁਸ਼ਟ ਚੌਂਕੜੀ ਨੇ ਕਹਿਣ ਲੱਗਿਆ ਕਿ ਤੁਹਾਡਾ ਪਿਤਾ ਨੇ ਮੁਸਲਮਾਨ ਹੋਣਾ ਮੰਨ ਲਿਆ, ਉਧਰ ਤੁਹਾਡੇ ਪੁੱਤ ਨੇ। ਪਿਓ ਕਹਿਣ ਲੱਗਾ ਕਿ ਮੇਰਾ ਪੁੱਤ ਕਿੱਥੇ ਹੈ? ਮੇਰਾ ਪੁੱਤ ਹੋਵੇ ਤਾਂ ਗੱਲ ਕਰੇ। ਉਹ ਜਿਹੜੇ ਲਿਆਂਦਾ ਮੱਥਾ ਦੇਖਿਆ ਨਾ, ਉੱਥੋਂ ਚੱਕ ਕੇ ਰਾਗ ਮੂਲ ਮੰਤਰ ਪੜ੍ਹ ਕੇ ਉਹ ਫੇਰਤੀ। ਕਹਿੰਦੇ ਪੁੱਛੋ, ਕਹਿੰਦੇ ਜੀ ਬਕਵਾਸ ਕਰਦੇ ਆ। ਚਰਖੜੀਆਂ ਦੇ ਤੁੰਬੇ ਤੁੰਬੇ ਹੋ ਗਏ। ਚਰਖੜੀਆਂ ਉੱਡਦੇ ਹੋਏ ਇਹ ਪੜ੍ਹਦੇ ਸੀ, ਧਨ ਘੜੀ ਧਨ ਚਰਖੜੀ, ਧਨ ਅਦਲ ਤੁਮਾਰਾ, ਧਰਮ ਹੇਤ ਸਿਰ ਵਾਰਨਾ, ਇਹ ਗੁਰ ਕਹੇ ਹਮਾਰਾ। ਇਹ ਤਾਂ ਸੀ ਸਿੱਖ ਦਾ ਜੀਵਨ। ਅੱਜ ਠੰਡੇ ਦਿਮਾਗ ਨਾਲ ਸੋਚਿਓ, ਅੱਜ ਅਸੀਂ ਕਿੱਧਰ ਤੁਰੇ ਹੋਏ ਹਾਂ। ਭਾਲਦੇ ਹਾਂ ਗੁਰੂ ਕੀ ਬਖਸ਼ਿਸ਼ ਮਿਲ ਜਾਏ। ਗੁਰੂ ਕੀ ਬਖਸ਼ਿਸ਼ ਲੈਣ ਵਾਸਤੇ ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਇੱਥੇ ਸਿਆਣਪਾਂ ਨਾਲ ਗੱਲਾਂ ਮਿਲਣ ਵਾਲੀਆਂ ਨੇ। ਇੱਥੇ ਆਪਣੀ ਹੋਂਦ ਮਟਾ ਕੇ ਗੁਰੂ ਵਚਨ ਦੇ ਅਨੁਕੂਲ ਹੋ ਕੇ ਕੁਝ ਮਿਲਣ ਵਾਲਾ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਆਈ ਸੰਗਤ ਨੂੰ ਜੀ ਆਇਆਂ। ਸਭ ਦਾ ਧੰਨਵਾਦ, ਪ੍ਰਬੰਧਕਾਂ ਦਾ, ਸੰਗਤਾਂ ਦਾ ਵੀ। ਗੁਰੂ ਮਹਾਰਾਜ ਮਿਹਰ ਕਰਨ। ਨਾਮਦਾਨ ਤੰਦਰੁਸਤੀ ਦਾ ਖਾਲਸਾ ਪੰਥ ਵਿੱਚ ਏਕਤਾ ਭਾਗ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।